Hello students, class BA second semester third, class BA honors school in economics 1 semester 1, topic saving function. Functional relationship between income and saving is called saving function. Saving ਤੇ income ਦੇ functional relation ਨੂੰ saving function ਕਿਹਾ ਜਾਂਦਾ ਹੈ। saving income ਦੇ ਉੱਤੇ ਡਿਪੈਂਡ ਕਰਦੀ ਹੈ। ਇਨਕਮ ਨੂੰ ਦੋ ਹਿੱਸਿਆਂ ਦੇ ਵਿੱਚ ਡਿਵਾਈਡ ਕੀਤਾ ਜਾਂਦਾ ਹੈ, ਕੰਜ਼ੰਪਸ਼ਨ ਪਲੱਸ ਸੇਵਿੰਗ ਜਾਂ ਕੰਜ਼ੰਪਸ਼ਨ ਤੇ ਸੇਵਿੰਗ ਨੂੰ ਜੋੜ ਕੇ ਇਨਕਮ ਦਾ ਪਤਾ ਕੀਤਾ ਜਾਂਦਾ। ਸੇਵਿੰਗ ਨੂੰ ਆਪਾਂ ਇੱਥੋਂ ਪਤਾ ਕਰ ਸਕਦੇ ਹਾਂ y ਮਾਈਨਸ c ਕਰਕੇ। ਸੇਵਿੰਗ ਨੂੰ ਪਤਾ ਕਰਨ ਵਾਸਤੇ ਇਨਕਮ ਦੇ ਵਿੱਚੋਂ ਕੰਜ਼ੰਪਸ਼ਨ ਨੂੰ ਘਟਾ ਦਿੱਤਾ ਜਾਂਦਾ ਹੈ ਤੇ ਇਸ ਤਰ੍ਹਾਂ ਨਾਲ ਆਪਾਂ ਨੂੰ ਸੇਵਿੰਗ ਪਤਾ ਲੱਗ ਜਾਂਦੀ ਹੈ। ਸੇਵਿੰਗ ਦਾ ਤੇ ਇਨਕਮ ਦਾ ਆਪਸ ਦੇ ਵਿੱਚ ਪੋਜ਼ਿਟਿਵ ਰਿਲੇਸ਼ਨ ਹੁੰਦਾ ਹੈ। ਇਹ ਆਪਾਂ ਟੇਬਲ ਲਿਆ ਜਿਹੜਾ ਪਿਛਲੀ ਵੀਡੀਓ 'ਚ ਬਣਾਇਆ ਸੀ, ਜਿੱਥੇ ਆਪਾਂ ਕੰਜ਼ੰਪਸ਼ਨ ਦਾ ਪਤਾ ਕੀਤਾ ਸੀ C0 ਪਲੱਸ BY ਨਾਲ ਕੰਜ਼ੰਪਸ਼ਨ ਦਾ ਪਤਾ ਕੀਤਾ ਸੀ, ਇਨਕਮ ਦੇ ਡਿਫਰੈਂਟ ਲੈਵਲ ਲਏ ਸੀ। ਤਾਂ ਉਸੇ ਟੇਬਲ ਨੂੰ ਹੁਣ ਇੱਥੇ ਆਪਾਂ ਯੂਜ਼ ਕਰ ਰਹੇ ਹਾਂ। ਇਸੇ ਟੇਬਲ ਦੇ ਨਾਲ ਹੁਣ ਆਪਾਂ ਇੱਥੇ ਸੇਵਿੰਗ ਦਾ ਪਤਾ ਕਰਾਂਗੇ। Y ਦੇ ਵਿੱਚੋਂ ਕੰਜ਼ੰਪਸ਼ਨ ਨੂੰ ਘਟਾ ਕੇ ਸੇਵਿੰਗ ਦਾ ਪਤਾ ਕਰਾਂਗੇ, y ਮਾਈਨਸ c ਕਰਕੇ ਸੇਵਿੰਗ ਦਾ ਪਤਾ ਕਰਾਂਗੇ। ਤਾਂ y ਹੈ 0, ਜਦੋਂ ਇਨਕਮ 0 ਹੈ ਉਦੋਂ ਕੰਜ਼ੰਪਸ਼ਨ 20 ਹੈ ਤਾਂ ਸੇਵਿੰਗ ਮਾਈਨਸ 20 ਹੋਊਗੀ। ਇਨਕਮ ਹੈ 0, ਕੰਜ਼ੰਪਸ਼ਨ ਹੈ -20 ਤਾਂ ਸੇਵਿੰਗ ਹੈ -20। ਜਦੋਂ ਇਨਕਮ ਹੈ 40 ਉਦੋਂ ਕੰਜ਼ੰਪਸ਼ਨ ਹੈ 50, ਸੇਵਿੰਗ ਹੈਗੀ ਹੈ -10। ਇਨਕਮ 80 ਹੈ, ਕੰਜ਼ੰਪਸ਼ਨ ਵੀ 80 ਹੈ, ਦੋਨੇ ਇੱਕ ਦੂਜੇ ਦੇ ਬਰਾਬਰ ਹੈ, ਇਸ ਕਰਕੇ ਸੇਵਿੰਗ 0 ਹੈ। ਜਦੋਂ ਇਨਕਮ 120 ਕੰਜ਼ੰਪਸ਼ਨ 110 ਤਾਂ ਉਦੋਂ ਸੇਵਿੰਗ ਹੈ 10। ਜਦੋਂ ਇਨਕਮ 160 ਕੰਜ਼ੰਪਸ਼ਨ 140 ਤਾਂ ਉਦੋਂ ਸੇਵਿੰਗ ਹੈ 20। ਇਨਕਮ 200 ਕੰਜ਼ੰਪਸ਼ਨ 170 ਸੇਵਿੰਗ ਹੈ 30। ਇਸ ਤਰ੍ਹਾਂ ਨਾਲ ਆਪਾਂ ਨੂੰ ਇਸ ਟੇਬਲ 'ਚੋਂ ਪਤਾ ਲੱਗ ਰਿਹਾ ਕਿ ਜਦੋਂ ਇਨਕਮ ਦਾ ਲੈਵਲ 0 ਹੁੰਦਾ ਤਾਂ ਉਦੋਂ ਸੇਵਿੰਗ ਮਾਈਨਸ ਹੁੰਦੀ ਹੈ, -20 ਹੈ ਇੱਥੇ। ਜਦੋਂ ਇਨਕਮ ਅਤੇ ਕੰਜ਼ੰਪਸ਼ਨ ਇੱਕ ਦੂਜੇ ਦੇ ਬਰਾਬਰ ਹੁੰਦੇ ਹੈ ਉਦੋਂ ਸੇਵਿੰਗ 0 ਹੁੰਦੀ ਹੈ। ਜਿਵੇਂ ਜਿਵੇਂ ਇਨਕਮ ਵੱਧ ਰਹੀ ਹੈ ਉਵੇਂ ਉਵੇਂ ਸੇਵਿੰਗ ਵੀ ਵੱਧ ਰਹੀ ਹੈ। ਇਸ ਕਰਕੇ ਇਨਕਮ ਅਤੇ ਸੇਵਿੰਗ ਦਾ ਆਪਸ ਦੇ ਵਿੱਚ ਪੋਜ਼ੀਟਿਵ ਰਿਲੇਸ਼ਨ ਹੈ, ਦੋਨਾਂ ਦਾ ਪੋਜ਼ੀਟਿਵ ਰਿਲੇਸ਼ਨ ਹੈ, ਇੱਕੋ ਹੀ ਡਾਇਰੈਕਸ਼ਨ ਦੇ ਵਿੱਚ ਚੇਂਜ ਹੁੰਦੇ ਹੈ। ਜਦੋਂ ਇਨਕਮ ਵੱਧਦੀ ਹੈ ਤਾਂ ਉਦੋਂ ਸੇਵਿੰਗ ਵੀ ਵੱਧਦੀ ਹੈ। ਜਦੋਂ ਇਨਕਮ ਵੱਧਦੀ ਹੈ ਉਦੋਂ ਕੰਜ਼ੰਪਸ਼ਨ ਵੀ ਵੱਧਦਾ ਹੈ, ਸੇਵਿੰਗ ਵੀ ਵੱਧਦੀ ਹੈ। ਹੁਣ ਇਸ ਨੂੰ ਆਪਾਂ ਡਾਇਗਰਾਮ ਨਾਲ ਐਕਸਪਲੇਨ ਕਰਦੇ ਹਾਂ। OX ਐਕਸਿਸ 'ਤੇ ਇਨਕਮ, OY ਐਕਸਿਸ 'ਤੇ ਕੰਜ਼ੰਪਸ਼ਨ ਅਤੇ ਸੇਵਿੰਗ ਨੂੰ ਸ਼ੋ ਕੀਤਾ ਜਾ ਰਿਹਾ। ਇਹ Y ਕਰਵ ਹੈ ਜਿਹੜਾ ਇਨਕਮ ਕਰਵ ਹੈ। ਇਨਕਮ ਅਤੇ ਕੰਜ਼ੰਪਸ਼ਨ ਦੋਨੇ ਕਰਵ ਬਣਾਵਾਂਗੇ, ਦੋਨਾਂ ਕਰਵਸ ਦੀ ਸਹਾਇਤਾ ਨਾਲ ਸੇਵਿੰਗ ਕਰਵ ਨੂੰ ਡਿਰਾਈਵ ਕਰਾਂਗੇ। ਇਹ ਹੈ ਕੰਜ਼ੰਪਸ਼ਨ ਕਰਵ, C0C ਕੰਜ਼ੰਪਸ਼ਨ ਕਰਵ ਹੈ। ਇਹ Y ਐਕਸਿਸ ਤੋਂ ਸ਼ੁਰੂ ਹੋ ਰਿਹਾ ਕਿਉਂਕਿ ਜਦੋਂ ਇਨਕਮ ਦਾ ਲੈਵਲ 0 ਹੁੰਦਾ ਹੈ ਤਾਂ ਉਦੋਂ ਵੀ ਕੰਜ਼ਿਊਮਰ ਇੰਨਾ ਕੰਜ਼ਿਊਮ ਕਰਦਾ, ਉਹ C0 ਦੇ ਬਰਾਬਰ ਕੰਜ਼ਿਊਮ ਕਰਦਾ ਹੈ ਜਾਂ ਟੇਬਲ ਦੇ ਅਕੋਰਡਿੰਗ 20 ਦੇ ਬਰਾਬਰ ਕੰਜ਼ਿਊਮ ਕਰਦਾ। ਇਸ ਕਰਕੇ ਜਦੋਂ ਇਨਕਮ 0 ਹੈ ਕੰਜ਼ਿਊਮਰ ਉਦੋਂ ਕੁਛ ਨਾ ਕੁਛ ਕੰਜ਼ਿਊਮ ਕਰ ਰਿਹਾ, ਤਾਂ ਕਰਕੇ ਇਹਦਾ ਸੇਵਿੰਗ ਹੈ ਜਿਹੜੀ ਉਹ ਨੈਗੇਟਿਵ ਹੋਊਗੀ, ਸੇਵਿੰਗ ਇੰਨੀ ਹੋਊਗੀ। ਜਦੋਂ ਇਨਕਮ ਅਤੇ ਕੰਜ਼ੰਪਸ਼ਨ ਇੱਕ ਦੂਜੇ ਦੇ ਬਰਾਬਰ ਹੈ, ਇਸ ਪੁਆਇੰਟ 'ਤੇ ਬਰਾਬਰ ਹੈ, ਉਦੋਂ ਸੇਵਿੰਗ 0 ਹੁੰਦੀ ਹੈ। ਇੱਥੋਂ ਦੀ ਹੋਊਗਾ ਸੇਵਿੰਗ ਕਰਵ ਹੈ ਜਿਹੜਾ ਇਹਦੇ ਵਿੱਚ ਦੀ ਜਾਊਗਾ। ਅਤੇ ਅਗਲੀ ਗੱਲ ਆਪਾਂ ਨੂੰ ਇਹ ਪਤਾ ਹੈ ਕਿ ਇਨਕਮ ਦਾ ਅਤੇ ਸੇਵਿੰਗ ਦਾ ਆਪਸ ਦੇ ਵਿੱਚ ਪੋਜ਼ੀਟਿਵ ਰਿਲੇਸ਼ਨ ਹੁੰਦਾ, ਇਸ ਕਰਕੇ ਸੇਵਿੰਗ ਕਰਵ ਪੋਜ਼ੀਟਿਵ ਸਲੋਪ ਵਾਲਾ ਬਣੂਗਾ। ਤਾਂ ਸੇਵਿੰਗ ਕਰਵ ਆਪਾਂ ਇਸ ਤਰ੍ਹਾਂ ਦਾ ਬਣਾਵਾਂਗੇ ਜਿਹੜਾ ਇਸ ਪੁਆਇੰਟ ਦੇ ਵਿੱਚ ਦੀ ਜਾਵੇ, ਇੱਥੋਂ ਇੱਧਰ ਨੂੰ ਲੈ ਜਾਓ ਅਤੇ ਇੱਧਰੋਂ ਇੱਧਰ ਨੂੰ ਲਿਆਓ। ਇਹ ਹੋ ਗਿਆ ਸੇਵਿੰਗ ਕਰਵ ਜਿਹੜਾ ਪੋਜ਼ੀਟਿਵ ਸਲੋਪ ਵਾਲਾ ਹੈ। S0S ਸੇਵਿੰਗ ਕਰਵ ਹੈ, ਪੋਜ਼ੀਟਿਵ ਸਲੋਪ ਵਾਲਾ ਹੈ। ਇਹਦਾ ਇਨਕਮ ਦੇ ਨਾਲ ਪੋਜ਼ੀਟਿਵ ਰਿਲੇਸ਼ਨ ਹੈ। ਜਿਵੇਂ ਜਿਵੇਂ ਇਨਕਮ ਇਨਕਰੀਜ਼ ਹੋ ਰਹੀ ਹੈ ਉਵੇਂ ਉਵੇਂ ਸੇਵਿੰਗ ਵੀ ਇਨਕਰੀਜ਼ ਹੋ ਰਹੀ ਹੈ। ਜਦੋਂ ਇਨਕਮ ਅਤੇ ਕੰਜ਼ੰਪਸ਼ਨ ਇੱਕ ਦੂਜੇ ਦੇ ਬਰਾਬਰ ਹੈ ਉਦੋਂ ਸੇਵਿੰਗ 0 ਹੈ। ਜਦੋਂ ਇਨਕਮ 0 ਹੈ ਉਦੋਂ ਸੇਵਿੰਗ ਨੈਗੇਟਿਵ ਹੈ। ਇਸ ਕਰਕੇ ਇਹ ਕਰਵ ਨੈਗੇਟਿਵ ਵਾਲੇ ਪਾਸੇ ਚੋਂ ਸ਼ੁਰੂ ਹੋ ਰਿਹਾ। ਹੁਣ ਹੈ ਕਾਇੰਡਸ ਆਫ ਪ੍ਰੋਪੈਂਸਿਟੀ ਟੂ ਸੇਵ ਜਾਂ ਕਾਇੰਡਸ ਆਫ ਸੇਵਿੰਗ ਫੰਕਸ਼ਨ। ਇਹਦੀਆਂ ਦੋ ਕਿਸਮਾਂ ਹੈ, ਦੋ ਕਾਇੰਡਸ ਹੈ, APS ਅਤੇ MPS। APS ਹੈ ਐਵਰੇਜ ਪ੍ਰੋਪੈਂਸਿਟੀ ਟੂ ਸੇਵ। ਸੇਵਿੰਗ ਅਤੇ ਇਨਕਮ ਦੀ ਰੇਸ਼ੋ ਨਾਲ ਪਤਾ ਲੱਗ ਜਾਂਦਾ। ਸੇਵਿੰਗ ਨੂੰ ਇਨਕਮ ਨਾਲ ਡਿਵਾਈਡ ਕਰਕੇ
APS ਪਤਾ ਲੱਗ ਜਾਂਦੀ ਹੈ, ਜਾਂ ਸੇਵਿੰਗ ਤੇ ਇਨਕਮ ਦੀ ਰੇਸ਼ੋ ਨੂੰ APS ਕਿਹਾ ਜਾਂਦਾ, ਐਵਰੇਜ ਪ੍ਰੋਪੈਂਸਿਟੀ ਟੂ ਸੇਵ ਕਿਹਾ ਜਾਂਦਾ ਹੈ। MPS ਮਾਰਜਨਲ ਪ੍ਰੋਪੈਂਸਿਟੀ ਟੂ ਸੇਵ ਹੈ, ਡੈਲਟਾ S ਬਟਾ ਡੈਲਟਾ Y, ਡੈਲਟਾ S ਬਟਾ ਡੈਲਟਾ Y। ਇਨਕਮ ਦੇ ਚੇਂਜ ਹੋਣ ਨਾਲ ਸੇਵਿੰਗ ਦੇ ਵਿੱਚ ਜਿਹੜਾ ਚੇਂਜ ਆਉਂਦਾ ਹੈ ਉਸ ਨੂੰ MPS ਕਿਹਾ ਜਾਂਦਾ ਹੈ। ਸੇਵਿੰਗ ਤੇ ਇਨਕਮ ਦੀ ਚੇਂਜ ਦੀ ਰੇਸ਼ੋ ਨੂੰ MPS ਕਿਹਾ ਜਾਂਦਾ ਹੈ। ਥੈਂਕ ਯੂ ਸਟੂਡੈਂਟਸ।